ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਕੈਨੇਡਾ ਦੇ PR ਤੇ ਸਿਟੀਜ਼ਨ ਨੇ ਜੋ ਉਹਨਾਂ ਨੂੰ ਟਰੈਵਲ ਕਰਨ ਦੇ ਲਈ ਜੁਲਾਈ ਦੀ ਸ਼ੁਰੂਆਤ ਤੋਂ ਮਿਲ ਸਕਦੀ ਹੈ ਛੋਟ, ਜਿਨ੍ਹਾਂ ਨੂੰ ਕੁਆਰੰਟਾਈਨ ਵੀ ਨਹੀਂ ਕਰਨਾ ਪਵੇਗਾ, ਪਰ ਇਸ ਦੇ ਲਈ ਕੁਝ ਸ਼ਰਤਾਂ ਨੇ, ਦੱਸਾਂਗੇ ਖਬਰਾਂ ਵਿੱਚ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ PR ਦੇ ਲਈ ਭੇਜੇ ਨੇ ਅੱਜ ਇਨਵੀਟੇਸ਼ਨ, ਦੱਸਾਂਗੇ ਇਸ ਦੇ ਬਾਰੇ, ਤੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਤੋਂ ਵੀ PNP ਦੇ ਤਹਿਤ ਇਨਵੀਟੇਸ਼ਨ ਗਏ ਨੇ। ਮਿਸੀਸਾਗਾ ਵਿੱਚ ਜੋ ਇੱਕ ਰੈਸਟੋਰੈਂਟ ਤੇ ਗੋਲੀਆਂ ਚਲਾ ਪੂਰੇ ਪਰਿਵਾਰ ਨੂੰ ਬਣਾਇਆ ਗਿਆ ਸੀ ਨਿਸ਼ਾਨਾ, ਪੁਲਿਸ ਨੇ ਕਾਤਲਾਂ ਦੇ ਬਾਰੇ ਦਿੱਤੀ ਜਾਣਕਾਰੀ ਤੇ ਹੋਰ ਅਪਡੇਟ ਖਬਰਾਂ 'ਚ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੀਕਿਆਂ ਦੀ ਸਪਲਾਈ ਦੇ ਬਾਰੇ ਅੱਜ ਦਿੱਤੀ ਜਾਣਕਾਰੀ। ਕੈਨੇਡਾ ਸਰਕਾਰ ਸਮੇਤ ਕਈ ਸੂਬਾ ਸਰਕਾਰਾਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਸੁਰੱਖਿਆ ਦੇ ਲਈ ਦੇ ਰਹੀਆਂ ਨੇ ਮਦਦ, ਕਾਮਿਆਂ ਦੀ ਸੁਰੱਖਿਆ ਦੇ ਵਾਸਤੇ ਚੁੱਕੇ ਜਾ ਰਹੇ ਕਦਮਾਂ ਦੀ ਵੀ ਜਾਣਕਾਰੀ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਦਿੱਤੀ ਚੇਤਾਵਨੀ ਕਿ IRCC ਦੇ ਵੱਲੋਂ ਖੁਦ ਨੂੰ ਦੱਸਦੇ ਹੋਏ ਬਾਇਓਮੈਟ੍ਰਿਕ ਦੇ ਬਾਰੇ ਆਉਂਦੇ ਮੈਸੇਜ ਤੇ ਨਾ ਕੀਤਾ ਜਾਵੇ ਯਕੀਨ, ਫਰਾਡ ਤੋਂ ਰਿਹਾ ਜਾਵੇ ਸਾਵਧਾਨ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੁਆਰੰਟੀਨ ਨੂੰ ਲੈ ਕੇ ਜੋ ਸਿਹਤ ਮੰਤਰੀ ਕੈਨੇਡਾ ਦੇ ਵਿੱਚ ਪੈਟੀ ਹਾਜਟੂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ, ਉਸ ਮੌਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੁਲਾਈ ਦੀ ਸ਼ੁਰੂਆਤ ਤੋਂ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਕੁਆਰੰਟੀਨ ਤੋਂ ਛੋਟ ਦਿੱਤੀ ਜਾ ਸਕਦੀ ਹੈ। ਜੋ 14 ਦਿਨ ਦਾ ਕੁਆਰੰਟੀਨ ਹੈ ਤੇ ਹੋਟਲ ਕੁਆਰੰਟੀਨ ਹੈ, ਉਹਨਾਂ ਨੂੰ ਜਿਹੜੇ ਕਿ ਕੈਨੇਡਾ ਦੇ PR ਨੇ ਜਾਂ ਸਿਟੀਜ਼ਨ ਨੇ, ਦਰਅਸਲ ਕੈਨੇਡਾ ਵਾਸੀਆਂ ਦੇ ਵਾਸਤੇ ਜੋ ਪਹਿਲਾ ਪੜਾਅ ਹੋਵੇਗਾ ਉਸ ਤਹਿਤ ਟਰੈਵਲ ਨੂੰ ਲੈ ਕੇ ਛੋਟ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ ਕਿ ਦਿੱਤੀ ਜਾਵੇਗੀ, ਤਾਂ ਉਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਇਸ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਜਾਂ ਫਿਰ ਐਲਾਨ ਤਾਂ ਨਹੀਂ ਕੀਤਾ ਗਿਆ, ਪਰ ਸੰਕੇਤ ਦਿੱਤੇ ਗਏ ਨੇ ਤੇ ਨਾਲ ਹੀ ਕਿਹਾ ਗਿਆ ਕਿ ਇਸ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ, ਜਿਸ ਨੂੰ ਕਿ ਟਰੈਵਲ ਰੋਕ ਹਟਾਉਣ ਦੇ ਵਿੱਚ ਪਹਿਲਾ ਪੜਾਅ ਵੀ ਮੰਨਿਆ ਜਾ ਰਿਹਾ ਹੈ ਕਿ ਜੁਲਾਈ ਦੀ ਸ਼ੁਰੂਆਤ ਤੋਂ ਜਿਹੜੇ ਕਿ ਕੈਨੇਡਾ ਵਾਸੀ ਨੇ ਉਹਨਾਂ ਵਿੱਚ ਜਿਹੜੇ PR ਜਾਂ ਸਿਟੀਜ਼ਨ ਨੇ ਤੇ ਉਹਨਾਂ ਦੇ ਵਿੱਚ ਵੀ ਉਹ ਜਿਨ੍ਹਾਂ ਨੇ ਦੋਵੇਂ COVID-19 ਦੇ ਟੀਕੇ ਪਹਿਲਾਂ ਹੀ ਲਗਵਾ ਲਏ ਹੋਣ, ਪੂਰੀ ਤਰ੍ਹਾਂ ਵੈਕਸੀਨੇਟਡ ਹੋਣਗੇ ਤੇ ਉਹਨਾਂ ਦੇ ਕੋਲ ਸਬੂਤ ਹੋਵੇਗਾ ਕਿ ਦੋਵੇਂ ਟੀਕੇ ਉਹਨਾਂ ਨੇ ਲਗਵਾ ਲਏ ਨੇ, ਜਿਸ ਤੋਂ ਬਾਅਦ ਉਹ ਕੈਨੇਡਾ ਤੋਂ ਬਾਹਰ ਕਿਤੇ ਵੀ ਟਰੈਵਲ ਵੀ ਕਰ ਸਕਣਗੇ ਤੇ ਵਾਪਸ ਕੈਨੇਡਾ ਦੇ ਵਿੱਚ ਆ ਸਕਣਗੇ ਤੇ ਉਸ ਮੌਕੇ ਉਹਨਾਂ ਨੂੰ ਕੁਆਰੰਟੀਨ ਦੀ ਲੋੜ ਵੀ ਨਹੀਂ ਪਵੇਗੀ। ਕੈਨੇਡਾ ਭਰ ਵਿੱਚ COVID-19 ਦੇ ਮਾਮਲਿਆਂ ਦੀ ਗਿਣਤੀ ਹੇਠਾਂ ਆ ਰਹੀ ਹੈ, ਜਿਸ ਤੋਂ ਬਾਅਦ ਕੁਝ ਅਜਿਹੇ ਐਲਾਨ ਕੀਤੇ ਜਾ ਰਹੇ ਨੇ ਜਿਸ ਦੇ ਸੰਬੰਧੀ ਵਿਸਥਾਰ ਦੇ ਵਿੱਚ ਜੋ ਐਲਾਨ ਹੋਵੇਗਾ, ਜਦੋਂ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ। ਪਰ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਮੁੱਖ ਸਿਹਤ ਅਧਿਕਾਰੀ ਹੈ ਕੈਨੇਡਾ ਦੀ ਥੈਰੇਸਾ ਟੈਮ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਔਸਤਨ ਕੈਨੇਡਾ ਭਰ ਤੋਂ ਪਿਛਲੇ 7 ਦਿਨ ਤੋਂ ਲਗਾਤਾਰ 1800 ਤੋਂ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆ ਰਹੇ COVID-19 ਦੇ ਜੋ ਨਵੇਂ ਮਾਮਲੇ ਨੇ, ਜਿਸ ਨੂੰ ਕਿ ਕਾਫੀ ਘੱਟ ਅੰਕੜਾ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਇੱਕ ਚੰਗੀ ਉਮੀਦ ਦੇ ਨਾਲ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਹਦਾਇਤਾਂ ਨੇ ਜੋ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਢਿੱਲ ਛੇਤੀ ਹੀ ਦਿੱਤੀ ਜਾ ਸਕਦੀ ਹੈ। ਇਸ ਨਾਲ ਹੀ ਅਗਲੀ ਖਬਰ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਤਹਿਤ ਅੱਜ ਤਾਜ਼ਾ ਡਰਾਅ ਕੱਢਿਆ। ਦਰਅਸਲ ਇਹ ਡਰਾਅ ਉਹਨਾਂ ਦੇ ਵਾਸਤੇ ਕੱਢਿਆ ਗਿਆ ਜਿਨ੍ਹਾਂ ਦੀ PNP ਪਹਿਲਾਂ ਤੋਂ ਅਪਰੂਵ ਹੈ। ਸੂਬਿਆਂ ਦੇ ਵਿੱਚ PNP ਜਿਹੜੀ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਅਪਰੂਵਲ ਆਉਂਦਾ ਤਾਂ ਉਸ ਤੋਂ ਬਾਅਦ ਐਕਸਪ੍ਰੈਸ ਐਂਟਰੀ ਵਿੱਚ PR ਦੇ ਲਈ ਫਾਈਲ ਲਗਾਈ ਜਾਂਦੀ ਹੈ, ਤਾਂ ਉਸ ਦੇ ਵਾਸਤੇ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਸਨ ਉਹਨਾਂ ਦੇ ਵਾਸਤੇ ਇਨਵੀਟੇਸ਼ਨ ਗਏ ਨੇ। 9 ਜੂਨ ਨੂੰ ਹੀ ਇਹ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ 940 ਕੈਂਡੀਡੇਟਸ ਨੂੰ PR ਦੇ ਵਾਸਤੇ ਸੱਦੇ ਗਏ ਨੇ ਤੇ ਇਸ ਵਿੱਚ ਘੱਟੋ ਘੱਟ ਸਕੋਰ ਜੋ ਰਿਹਾ ਅੱਜ ਇਸ ਡਰਾਅ ਦੇ ਵਿੱਚ 711 ਤੱਕ ਰਿਹਾ ਹੈ। ਇਹ ਇੰਨਾ ਜ਼ਿਆਦਾ ਤਾਂ ਕਰਕੇ ਹੈ ਕਿਉਂਕਿ ਜਿਨ੍ਹਾਂ ਦੀ PNP ਪਹਿਲਾਂ ਤੋਂ ਅਪਰੂਵ ਹੁੰਦੀ ਹੈ 600 ਪੁਆਇੰਟ ਉਹਨਾਂ ਕੋਲ ਪਹਿਲਾਂ ਤੋਂ ਹੁੰਦੇ ਨੇ ਤੇ ਫਿਰ ਯੋਗਤਾ ਦੇ ਆਧਾਰ ਦੇ ਉੱਤੇ ਹੋਰ ਪੁਆਇੰਟ ਉਹਨਾਂ ਨੂੰ ਅੱਗੇ ਮਿਲ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦੀ ਜੋ ਐਕਸਪ੍ਰੈਸ ਐਂਟਰੀ ਦੇ ਵਿੱਚ PR ਦੇ ਵਾਸਤੇ ਇਨਵੀਟੇਸ਼ਨ ਉਹਨਾਂ ਨੂੰ ਭੇਜੇ ਜਾਂਦੇ ਨੇ। ਕੈਨੇਡਾ ਭਰ ਵਿੱਚ PR ਦੇ ਵਾਸਤੇ ਸਾਲ 2021 ਵਿੱਚ ਹੁਣ ਤੱਕ 75,000 ਤੋਂ ਜ਼ਿਆਦਾ ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ, ਜਦ ਕਿ ਇਸ ਸਮੇਂ ਤੱਕ PR ਕੀਤੇ ਜਾਣ ਦੇ ਜਿਹੜੇ ਅੰਕੜੇ ਨੇ ਉਸ ਦੇ ਵਿੱਚ ਪਿਛਲੇ ਸਾਲਾਂ ਦੀਆਂ ਜੋ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਅੰਕੜਿਆਂ ਦੇ ਆਧਾਰ ਦੇ ਉੱਤੇ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਉਸ ਦੇ ਵਿੱਚ ਟੀਚਾ ਮਿਥਿਆ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਾਲ 2021 ਵਿੱਚ ਪੱਕਾ ਕੀਤਾ ਜਾਣਾ ਹੈ। ਅਗਲੀ ਖਬਰ ਹੈ ਕਿ ਇਨਵੀਟੇਸ਼ਨਸ ਦੇ ਬਾਰੇ ਹੀ ਹੈ, ਪਰ ਉਹ BC PNP ਦੇ ਤਹਿਤ ਇਨਵੀਟੇਸ਼ਨ ਜੋ ਗਏ ਨੇ। BC ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਜੂਨ 8 ਨੂੰ ਉਹਨਾਂ ਨੇ ਇੱਕ ਡਰਾਅ ਕੱਢਿਆ ਜਿਸ ਦੇ ਵਿੱਚ 373 ਕੈਂਡੀਡੇਟਸ ਨੂੰ ਇਨਵੀਟੇਸ਼ਨ ਗਏ ਨੇ। ਵੱਖੋ ਵੱਖਰੀਆਂ ਸਟਰੀਮਸ ਦੇ ਵਿੱਚ ਇਹ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ ਘੱਟੋ ਘੱਟ ਜੋ ਸਕੋਰ ਹੈ ਉਹ 76 ਤੋਂ ਲੈ ਕੇ 93 ਤੱਕ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ PNP ਦੇ ਤਹਿਤ ਜਿਨ੍ਹਾਂ ਨੂੰ ਇਨਵੀਟੇਸ਼ਨ ਗਏ ਨੇ ਉਹਨਾਂ ਨੂੰ ਹੁਣ ਆਪਣੀਆਂ ਫਾਈਲਾਂ ਤੇ ਪੂਰੀ ਜਾਣਕਾਰੀ ਜਮ੍ਹਾਂ ਕਰਵਾਉਣੀ ਪਵੇਗੀ ਕੁਝ ਸਮੇਂ ਦੇ ਵਿੱਚ ਹੀ, ਜਿਸ ਤੋਂ ਬਾਅਦ ਜਦੋਂ ਉਹਨਾਂ ਦੀ BSc PNP ਅਪਰੂਵ ਹੋ ਜਾਂਦੀ ਹੈ ਤਾਂ 600 ਪੁਆਇੰਟ ਮਿਲ ਜਾਣਗੇ। ਫਿਰ ਉਹ ਐਕਸਪ੍ਰੈਸ ਐਂਟਰੀ ਦੇ ਤਹਿਤ ਕੈਨੇਡਾ ਦੀ PR ਦੇ ਲਈ ਫਾਈਲ ਲਗਾ ਸਕਦੇ ਨੇ। ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5248 ਜਣਿਆਂ ਨੂੰ ਸਾਲ 2021 ਵਿੱਚ ਇਨਵੀਟੇਸ਼ਨ BC PNP ਦੇ ਤਹਿਤ ਭੇਜੇ ਜਾ ਚੁੱਕੇ ਨੇ।
इस नाल ही हुण अगली खबर है कि कैनेडा हाई कमीशन ने जानकारी दी है। उन्होंने खास तौर के उत्ते जानकारी सारिਆਂ ਦੇ वास्ते ये भी दी है कि बायोमैट्रिक नूं लैके जेकर तुहाडे फोन के उत्ते जां ईमेल दे विच कोई मैसेज आउंदा है कि बायोमैट्रिक तो बिना ही कैनेडा का जिहड़ा वीज़ा है वो इस समय लगाया जा रहा है, क्योंकि कोविड-19 के करके हदायतों के तहत फैसला लिया गया है, तो यह फ्रॉड है, इस उत्ते यकीन ना किया जाए। जिस विच कहा गया है कि बायोमैट्रिक तो बिना वीज़ा नहीं लगाया जा रहा। जो यह टैक्सट आता है जां फिर ईमेल आती है उस जो जानकारी इस संबंधी दी जाती है तो यह कहा जाता है कि कैनेडा के IRCC विभाग के वलों वो तुहाडे नाल संपर्क कर रहे हैं, जिस विच जां तां उन्हां दे वल्लों बायोमैट्रिक करवाउण दे वास्ते कहा जाता है, जिस विच जो जाली हुंदा है, ते जां फिर यह कहा जाता है कि बायोमैट्रिक तो बिना ही तुसीं कैनेडा का वीज़ा लै सकदे हो, इस समय छूट दी गई है, तो इस गल के उत्ते यकीन ना किया जाए। इस बारे कैनेडा हाई कमीशन ने भारत में सारिਆਂ ਦੇ वास्ते जानकारी जारी की है कि किसी भी तरह के फ्रॉड में ना फसिया जाए। जिस विच तुहानूं फीस भरवाउण दे लई उन्हां वल्लों कहा जाता है तो अपनी कोई भी निजी जानकारी, अपने बैंक खाते की कोई निजी जानकारी इस तरह ना दी जाए। जिस विच इमीग्रेशन विभाग का कहना है कि सिर्फ जिहड़े वीज़ा एप्लीकेशन सेंटर ने कैनेडा के उन्हां थावां दे उत्ते ही बायोमैट्रिक हो सकते हैं, किसी होर थां दे उत्ते बायोमैट्रिक नहीं हो सकते। जिस करके जेकर तुहानूं कोई होर पता भी दिता जाता है तो उस उत्ते यकीन ना किया जाए। तो इस बारे पुष्टि वास्ते तो होर ज़्यादा जानकारी वास्ते तुसीं वीज़ा एप्लीकेशन सेंटर्स की जिहड़ी वैबसाइट है, जो तुसीं कैनेडा वीज़ा एप्लीकेशन सेंटर्स के उत्ते अगे ऑनलाइन सर्च करोगे तो उस जो भारत दे तुसीं चुनोगे अगे वीज़ा एप्लीकेशन सेंटर, तो उत्थे वक्खो वक्खरी जिहड़ी लोकेशनस ने, वक्खो वक्खरियां थावां ने, उन्हां दे बारे जानकारी आ जाती है। जिस विच फिलहाल तो यह लिखा होया कि इस समय वीज़ा एप्लीकेशन सेंटर हजे भी बंद ने, हजे खोले नहीं गए कोविड-19 के करके। तो इस नूं लैके जदों ही कोई नवा फैसला लिया जाता उत्थे ही अपडेट आएगी, तो तुसीं वैबसाइट के उत्ते लगातार जानकारी जरूर देखते रहो जेकर तुसीं उड़ीक कर रहे हो वीज़ा एप्लीकेशन सेंटर के वलों किसी भी तरह के जवाब दी। इस नाल हुण अगली खबर के वाल रुख करांगे। मिसीसागा दे विच जो गोलियां चलण का मामला सामने आया सी, चिकन लैंड रेस्टोरेंट दे विच मई दे विच यह मामला सामने आया सी, जिस बारे सानूं जानकारी दी सी, जिस विच रेस्टोरेंट के मालक, उसकी पत्नी, उसके दोवें पुत्तर ते नाल ही उत्थे एक काम करदा 58 साला व्यक्ति, इन्हां नूं गोलियां मारियां गईयां सन, जिन्हां दे विचों रेस्टोरेंट के मालक का 25 साला पुत्तर, उसकी मौत हो गई सी ते बाकियां दे गोलियां लगियां सन। ते इस दे नाल ही पुलिस ने भी जानकारी दी सी कि रेस्टोरेंट दे विच ही 13 साल की उन्हां दी एक बच्ची भी मौजूद सी, पर वह बच गई, वह इस मौके जख्मी नहीं हुई। तो इस मामले दे विच पुलिस ने गिरफ्तारियां कीतियां ने। पुलिस अधिकारियों ने जानकारी दी है कि उन्होंने 31 साला नक्श अब्बासी, जो कि ब्रैम्पटन का रहने वाला, उसनूं गिरफ्तार किया है। मिसीसागा का रहने वाला सुलेमान रज़ौफ, उसनूं गिरफ्तार किया है, जिन्हां दे उत्ते 5 कतल दे कोशिश के नाल ही कतल के मामले दर्ज होए ने, जिस विच वक्खो वक्खरे धारावां के तहत उन्हां दे उत्ते ये मामले दर्ज किए गए हैं। पर इस दे नाल ही पुलिस ने जानकारी दी है कि एक 20 साला आनंद नाथ है, जिसकी कि तुसीं जो तस्वीरें देख रहे हो, पहली तस्वीर है वो आनंद नाथ की है। उस विच पुलिस अधिकारियों ने जानकारी दी है कि इसनूं लभण दे वास्ते उन्हां दे वल्लों सहयोग की मांग की गई है। जो रेस्टोरेंट दे विच गोलियां चलियां सन, इस मामले में आनंद नाथ की भाल की जा रही है। हुण अगली खबर के वाल रुख करांगे। प्रधानमंत्री जस्टिन ट्रूडो ने अज जानकारी दी है, जिस विच उन्होंने कहा कि मॉडर्ना के टीकियां दीयां 7 मिलियन डोजेज इस महीने कैनेडा विच पहुंच रही ने, जिसकी शिपमेंट है जो अगले हफ्ते तो शुरू हो रही है। इस बारे प्रधानमंत्री जस्टिन ट्रूडो के वलों दरअसल यह खास तौर के उत्ते जानकारी इस करके भी दी गई है क्योंकि वक् वक्रिया थावां दे विच कैनेडा विच जो मॉडर्ना के टीके की पहली डोज भी कईयां दे लग चुकी सी, तां दूजी डोज के वास्ते उन्होंने उड़ीक करन जां फिर फाइजर के टीके की डोज लगवाउण दे लई भी सलाह दी जा रही सी, क्योंकि मॉडर्ना के टीकों की सप्लाई फिलहाल नहीं सी हो रही। पर हुणे सप्लाई होवेगी तो अगले हफ्ते तो टीके आ रहे हैं। 70 लाख के करीब डोजेज आ रही ने। इस बारे प्रधानमंत्री जस्टिन ट्रूडो ने जानकारी दी है। ते नाल ही उन्होंने इत्थे ये भी मुड़ तो दस्सिया कि जो फाइजर के टीके ने अगस्त के अंत तक हर हफ्ते 20 लाख डोजेज कैनेडा विच पहुंच रही ने फाइजर के टीकियां दियां। उस बारे जानकारी देंदे हुए उन्होंने कहा कि वो सप्लाई उस तरह जारी है तो फाइजर के टीके ने जो इस समय वक् वक्रिया थावां दे उत्ते लगाए जा रहे हैं। अगली खबर है कि व्यापारां दे वास्ते दरअसल कैनेडा सरकार ते सूबा सरकारां दे वल्लों रैपिड टैसट किट दित्तियां जा रही ने ते कोविड-19 नाल संबंधित होर अजिहियां सहूलतां दित्तियां जा रही ने, जिस दे नाल कामिਆਂ ਦੀ सुरक्षा ਨੂੰ स्थाई बनाया जा सकता है। इस दे नाल ही कामे
ਤਾਂ ਕਿ ਕੋਈ ਸ਼ੱਕ ਨਾ ਰਹੇ ਕਿ ਕੋਵਿਡ-19 ਤੋਂ ਪੀੜਤ ਤਾਂ ਨਹੀਂ ਹੈ, ਤਾਂ ਉਸ ਦੇ ਵਾਸਤੇ ਰੈਪਿਡ ਟੈਸਟ ਹੈ ਜੋ, ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਮੁਫਤ ਦੇ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਜਾਂ ਸੂਬਾ ਸਰਕਾਰਾਂ ਵੱਲੋਂ ਇਹ ਕਿੱਟ ਦਿੱਤੀਆਂ ਜਾ ਰਹੀਆਂ ਨੇ, ਜਿਸ ਦੇ ਨਾਲ ਕੋਵਿਡ-19 ਦੇ ਨਾਲ ਸੰਬੰਧਿਤ ਨਤੀਜੇ ਨੇ ਜਿਹੜੇ ਟੈਸਟ ਦੇ 15 ਮਿੰਟ ਵਿੱਚ ਆ ਜਾਂਦੇ ਨੇ। ਤੇ ਇਸੇ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਸਿਹਤ ਵਿਭਾਗ ਨੇ ਖਾਸ ਤੌਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਕੰਮ ਵਾਲੀਆਂ ਥਾਵਾਂ ਦੇ ਉੱਤੇ ਕਾਮਿਆਂ ਦੀ ਸੁਰੱਖਿਆ ਨੂੰ ਸਥਾਈ ਬਣਾਇਆ ਜਾਵੇ, ਜਿੱਥੇ ਕਿ ਜੇਕਰ ਕੋਈ ਕਾਮਾ ਬਿਮਾਰ ਵੀ ਹੁੰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਇਸ ਸਮੇਂ ਜਾਂ ਤਾਂ ਕੋਵਿਡ-19 ਦਾ ਟੈਸਟ ਕਰਵਾਉਣ ਤੇ ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਉਡੀਕ ਕਰਨ, ਜਾਂ ਫਿਰ ਉਹਨਾਂ ਨੂੰ ਕੁਆਰੰਟਾਈਨ ਦੇ ਵਾਸਤੇ ਕਹਿ ਦਿੱਤਾ ਜਾਂਦਾ ਹੈ ਕਿ 14 ਦਿਨ ਦੇ ਵਾਸਤੇ ਉਡੀਕ ਕਰਨ। ਤੇ ਇਸ ਦੇ ਨਾਲ ਹੀ ਹੋਰ ਵੀ ਕਈ ਹਦਾਇਤਾਂ ਨੇ ਤੇ ਕੰਮ ਵਾਲੀ ਥਾਂ ਦੇ ਉੱਤੇ ਕੋਈ ਹੋਰ ਬਿਮਾਰ ਨਾ ਹੋਵੇ, ਇਸ ਮੌਕੇ ਵਿੱਥ ਬਣਾਏ ਰੱਖਣ ਦੇ ਵਾਸਤੇ ਵੀ ਹਦਾਇਤਾਂ ਦੀ ਪਾਲਣਾ ਕਰਨ ਦੇ ਲਈ ਵਪਾਰਾਂ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ। ਤਾਂ ਉਸੇ ਦੇ ਵਿੱਚ ਹੈ ਕਿ ਜੋ ਸਰਕਾਰ ਦੇ ਵੱਲੋਂ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਜੋ ਵਪਾਰੀ ਨੇ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਵਿੱਤੀ ਪੱਧਰ ਦੇ ਉੱਤੇ ਵੀ ਵੱਖੋ ਵੱਖਰੇ ਪ੍ਰੋਗਰਾਮ ਨੇ, ਉਹਨਾਂ ਦੇ ਤਹਿਤ ਮਦਦ ਦਿੱਤੀ ਜਾ ਰਹੀ ਹੈ। ਵੇਜ ਸਬਸਿਡੀ ਪ੍ਰੋਗਰਾਮ, ਜਿਸ ਤਹਿਤ ਕਾਮਿਆਂ ਦੀ ਤਨਖਾਹ ਤੱਕ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ, ਤਾਂ ਕੁਝ ਇਸ ਤਰ੍ਹਾਂ ਹੋਰ ਵੀ ਪ੍ਰੋਗਰਾਮ ਨੇ, ਲੋਨ ਵੀ ਦਿੱਤੇ ਜਾ ਰਹੇ ਨੇ ਸੁਖਾਲੇ ਤਰੀਕੇ ਦੇ ਨਾਲ। ਇਸ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕਿ ਕਾਮਿਆਂ ਦੇ ਉੱਤੇ ਜਾਂ ਵਪਾਰਾਂ ਦੇ ਉੱਤੇ ਇਸ ਮੌਕੇ ਪ੍ਰਭਾਵ ਨਾ ਪਵੇ, ਸਮੇਂ ਸਿਰ ਉਹ ਮਦਦ ਸਰਕਾਰ ਤੋਂ ਲੈ ਸਕਣ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।